ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਾਜੀ ਅਰ ਉਮਰਾਵ ਕਨੇਰੇ, ਕਰਤ ਆਪ ਕੋ ਸੋ ਜਸ ਵਡੇਰੇ। ਕਾਜੀ ਅਰ ਉਮਰਾਵ ਕਨੇਰੇ, ਕਰਤ ਆਪ ਕੋ ਸੋ ਜਸ ਵਡੇਰੇ। ਸਤਨਾਮ ਸ੍ਰੀ ਵਾਹਿਗੁਰੂ ਜੀ। ਬੰਧਨਾ ਕੋ ਲੇਤੀ ਬੰਧਤਾ ਕੋ ਦੇਤ ਜਨ, ਪ੍ਰੀਤ ਲੇਤ ਦੇਤ ਹੈ ਪ੍ਰਤੀਤ ਸੁਖ ਸਿਤ ਹੈ। ਭਾਉ ਔਰ लेते बड़ो पर पाओ देते आप, निर्गुण पद देत गुण देख लेत है। थोड़ी जई पेट लेत जम किया पेट देत, सतगुर नानक जी कर नानकेत है। हंता लेत दासन की अहम ब्रह्म दे तोर, मान लेत चरण में मुकत को देता है। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜਿਓਂ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਵਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਦੋਂ ਬਾਦਸ਼ਾਹ ਔਰੰਗਜ਼ੇਬ ਦੇ ਵੱਡੇ ਵੱਡੇ ਸੂਬਿਆਂ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਫੌਜਾਂ ਲਿਆ ਕੇ ਅਨੰਦਪੁਰ ਨੂੰ ਚਾਰੇ ਪਾਸਿਆਂ ਤੋਂ ਬਹੁਤ ਹੀ ਜ਼ਿਆਦਾ ਸਖਤ ਘੇਰਾ ਪਾਇਆ ਹੋਇਆ ਸੀ। ਅੰਦਰੋਂ ਖਾਣ ਪੀਣ ਦੀਆਂ ਜਿਹੜੀਆਂ ਵਸਤੂਆਂ ਉਹ ਵੀ ਖਤਮ ਹੋ ਚੁੱਕੀਆਂ ਹਨ। ਫਿਰ ਵੀ ਸਤਿਗੁਰੂ ਜੀ ਦੇ ਯੋਧੇ ਸੂਰਮੇ ਇਹਨਾਂ ਦੇ ਨਾਲ ਬੜਾ ਡਟ ਕਰਕੇ ਮੁਕਾਬਲਾ ਕਰਦੇ ਰਹਿੰਦੇ ਸਨ। ਪਰ ਜਦੋਂ ਮਾਤਾ ਜੀ ਨੇ ਦੇਖਿਆ ਵੀ ਗੁਰਸਿੱਖਾਂ ਦੇ ਜਿਹੜੇ ਸਰੀਰ ਬਿਨਾਂ ਅੰਨ ਤੋਂ, ਇਹ ਤਾਂ ਇੱਕ ਹੱਡੀਆਂ ਦੇ ਪਿੰਜਰ ਹੀ ਬਣ ਚੁੱਕੇ ਹਨ, ਉਧਰੋਂ ਸਾਰੀਆਂ ਫੌਜਾਂ ਇਹ ਵੀ ਮਨ ਦੇ ਵਿੱਚ ਬੜਾ ਹੈਰਾਨ ਹੋ ਰਹੀਆਂ ਸਨ ਵੀ ਦੇਖੋ ਅੰਦਰ ਖਾਲਸੇ ਨੂੰ ਕੁਝ ਵੀ ਖਾਣ ਪੀਣ ਵਾਸਤੇ ਤਾਂ ਮਿਲਦਾ ਨਹੀਂ, ਪਰ ਫਿਰ ਵੀ ਇਹਨਾਂ ਨੇ ਅਜੇ ਤੱਕ ਹਾਰ ਨਹੀਂ ਮੰਨੀ ਹੈ। ਕੋਈ ਵੀ ਸਾਡਾ ਜਿਹੜਾ ਜਵਾਨ ਸਿਪਾਹੀ ਅਨੰਦਪੁਰ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਿਆ। ਕਿਹੋ ਜਿਹਾ ਬੜਾ ਭਿਆਨਕ ਭੁੱਖ ਦਾ ਜਿਹੜਾ ਦੁੱਖ ਇਹਨਾਂ ਦੇ ਸਿਰਾਂ ਦੇ ਉੱਪਰ ਵੀ ਗੁਜ਼ਰਿਆ। ਪਰ ਧੰਨ ਨੇ ਇਹੋ ਜਿਹੇ ਗੁਰੂ ਕੇ ਪਿਆਰੇ ਮਹਾਰਾਜ ਜੀ ਬੜੇ
ਸਿੰਘ ਸੂਰ में ਇਤਨਾ ਸਿਦਕ ਭਰੋਸਾ ਮਨ ਦੇ ਵਿੱਚ ਧਾਰਨ ਕਰਕੇ ਰੱਖਿਆ ਹੋਇਆ ਹੈ। ਪਰ ਜਦੋਂ ਇਹਨਾਂ ਨੇ ਮਨ ਦੇ ਵਿੱਚ ਅੰਦਾਜ਼ਾ ਲਗਾ ਲਿਆ ਵੀ ਇਉਂ ਤਾਂ ਗੁਰੂ ਜੀ ਨੇ ਕਦੇ ਵੀ ਆਪਣਾ ਆਨੰਦਪੁਰ ਦਾ ਜਿਹੜਾ ਨਗਰ ਛੱਡਣਾ ਨਹੀਂ, ਕਿਉਂ ਨਾ ਹੋਵੇ ਆਪਾਂ ਹੁਣ ਰਾਜਨੀਤੀ ਤੋਂ ਕੰਮ ਲਈਏ। ਜਿਹੜੇ ਪੁਰਾਤਨ ਸਮੇਂ ਤੋਂ ਰਾਜਨੀਤਿਕ ਦੀਆਂ ਜਿਹੜੀਆਂ ਗੱਲਾਂ ਦੁਨੀਆ ਦੇ ਵਿੱਚ ਚਲੀਆਂ ਆਉਂਦੀਆਂ ਹਨ, ਸਾਮ ਸਮ ਦੰਡ ਭੇਦ, ਵੀ ਇਹਨਾਂ ਦੁਆਰਾ ਸ਼ਾਇਦ ਗੁਰੂ ਜੀ ਆਨੰਦਪੁਰ ਦੇ ਵਿੱਚੋਂ ਬਾਹਰ ਜਾ ਸਕਦੇ ਹਨ। ਇਹਨਾਂ ਨੇ ਅਖੀਰ ਨੂੰ ਆਪੋ ਆਪਣੇ ਧਰਮਾਂ ਦੇ ਜਿਹੜੀਆਂ ਸਹੁੰਆਂ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ ਸੀ। ਪਰ ਦਸ਼ਮੇਸ਼ ਪਿਤਾ ਨੇ ਸਰਬੱਗਾ ਅੰਤਰਜਾਮੀ ਪਤਾ ਹੈ ਵੀ ਉੱਪਰੋਂ ਉੱਪਰੋਂ ਤਾਂ ਇਹ ਮਿੱਠੀਆਂ ਮਿੱਠੀਆਂ ਗੱਲਾਂ ਜ਼ਰੂਰ ਕਰ ਰਹੇ ਹਨ, ਪਰ ਇਹਨਾਂ ਦੇ ਮਨ ਦੇ ਅੰਦਰ ਬੜਾ ਕਪਟ ਛਲ ਦਗਾ ਭਰਿਆ ਹੋਇਆ ਹੈ। ਜਦੋਂ ਮਹਾਰਾਜ ਨੇ 5000 ਬੈਲ ਇੱਕ ਖਜ਼ਾਨੇ ਦੇ ਬਹਾਨੇ ਬਾਹਰ ਭੇਜਿਆ, ਇਹ ਤਾਂ ਉਸੇ ਵਕਤ ਹੀ ਗੰਦਮਾਂ ਦੇ ਉੱਪਰ ਟੁੱਟ ਕਰਕੇ ਪੈ ਗਏ ਸਨ। ਬਾਦਸ਼ਾਹ ਔਰੰਗਜ਼ੇਬ ਉਹ ਵੀ ਇਹਨਾਂ ਨੂੰ ਬਾਰ-ਬਾਰ ਬੜੀਆਂ ਲਾਂਤਾਂ ਫਟਕਾਰਾਂ ਪਾ ਰਿਹਾ ਸੀ ਵੀ ਇੱਕ ਛੋਟਾ ਜਿਹਾ ਨਗਰ ਉਹੀ ਤੁਹਾਡੇ ਕੋਲੋਂ ਬਾਅਦ ਦੇ ਵਿੱਚ ਨਹੀਂ ਆਉਂਦਾ ਹੈ। ਉਹਨੇ ਵੀ ਆਪਣੇ ਵੱਲੋਂ ਜਿਹੜੇ ਅਹਿਦਨਾਮੇ ਸਤਿਗੁਰੂ ਜੀ ਦੇ ਵੱਲ ਲੈ ਕਰਕੇ ਭੇਜ ਦਿੱਤੇ ਸਨ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਕਾਜੀ ਅਰ ਉਮਰਾਵ ਕਨੇਰੇ। ਉਸ ਵਕਤ ਬਹੁਤ ਸਾਰੇ ਕਾਜੀ ਵੀ ਮੌਲਾਣੇ ਵੀ ਵੱਡੇ ਵੱਡੇ ਅਹਿਲਕਾਰ ਇਕੱਠੇ ਹੋ ਗਏ ਹਨ। ਕਰਤ ਆਪ ਕੋ ਸੋ ਜਸ ਵਡੇਰੇ। ਕਹਿ ਲਗੇ ਮਹਾਰਾਜ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਤੁਹਾਡੀ ਜਿਹੜੀ ਤਾਰੀਫ ਵਡਿਆਈ ਆ, ਜਿਹੜੇ ਸਾਡੇ ਦੀਨ ਧਰਮ ਦੇ ਨਾ ਬਹੁਤ ਵੱਡੇ ਵੱਡੇ ਆਗੂ ਉਹ ਵੀ ਬਾਰ-ਬਾਰ ਰਸਨਾ ਤੋਂ ਕਰ ਰਹੇ ਹਨ। ਸੁਨ ਸੁਨ ਅਭਿਲਾਖਾ ਵੱਡ ਸ਼ਾਹੂ। ਸੁਣ ਸੁਣ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਮਨ ਦੇ ਵਿੱਚ ਵੀ ਆਪ ਜੀ ਦੇ ਦੀਦਾਰ ਕਰਨ ਦੀ ਜਿਹੜੀ ਅਭਿਲਾਖਾ ਪੈਦਾ ਹੋ ਗਈ ਹੈ। ਜਾਂ ਤੇ ਮੋਹੇ ਪਠਿਓ ਤੁਮ ਪਾਹੂ। ਜਿਹੜੇ ਇਹ ਵਕੀਲ ਚੱਲ ਕਰਕੇ ਮਹਾਰਾਜ ਦੇ ਪਾਸ ਪਹੁੰਚੇ ਸੀ, ਉਹਨਾਂ ਨੇ ਫਿਰ ਇਸ ਪ੍ਰਕਾਰ ਆਪਣੇ ਵੱਲੋਂ ਬੇਨਤੀਆਂ ਕੀਤੀਆਂ ਸਨ। ਹਜ਼ਰਤ ਨਿਜ ਕਰਤੇ ਲਿਖ ਦੀਨ। ਮਹਾਰਾਜ ਆ ਜਿਹੜਾ ਐਦਨਾਮਾ ਬਾਦਸ਼ਾਹ ਨੇ ਖੁਦ ਆਪਣੇ ਹੱਥਾਂ ਦੇ ਨਾਲ ਲੈ ਕਰਕੇ ਤੁਹਾਡੇ ਪਾਸ ਭੇਜਿਆ। ਹਰਫ ਜੋ ਥੋਰੇ ਲੀਜੈ ਚੀਨ। ਹੁਣ ਭਾਵੇਂ ਆਪ ਜੀ ਨੇ ਥੋੜੇ ਹਰਫਾਂ ਦਾ ਜਿਹੜਾ ਲਿਖਿਆ ਹੋਇਆ ਐਦਨਾਮਾ ਇਸ ਨੂੰ ਆਪਣੇ ਆਪ ਹੀ ਸਮਝ ਲੈਣਾ ਹੈ। ਅਹਿਦ ਕਰੇ ਵਿੱਚ ਦਿਓ ਖੁਦਾਏ। ਹੁਣ ਉਹਨੇ ਤਾਂ ਖੁਦਾ ਨੂੰ ਵਿੱਚ ਲੈ ਕਰਕੇ ਆਪਣੇ ਵੱਲੋਂ ਜਿਹੜੀ ਧਰਮ ਦੀ ਕਸਮ ਚੁੱਕ ਦਿੱਤੀ ਹੈ। ਸਪਥ ਮੁਹੰਮਦ ਕੀ ਤਿਨ ਖਾਏ। ਬਾਦਸ਼ਾਹ ਔਰੰਗਜ਼ੇਬ ਮੁਹੰਮਦ ਸਾਹਿਬ ਦੀ ਜਾਮਨੀ ਲੈ ਕਰਕੇ ਬਾਰ-ਬਾਰ ਬੜੀਆਂ ਜਿਹੜੀਆਂ ਸੌਆਂ ਖਾਣ ਲੱਗ ਪਿਆ।
ਜਿਮ ਰਾਵਰ ਕੋ ਮਨ ਪਤ ਵੀ ਆਵੈ ਜਿਵੇਂ ਆਪ ਦੇ ਮਨ ਦੇ ਵਿੱਚ ਯਕੀਨ ਭਰੋਸਾ ਹੋਵੇ ਵੀ ਸਾਰਿਆਂ ਨਾਲੋਂ ਵੱਡੀ ਸਹੁੰ ਤਾਂ ਫਿਰ ਆਪੋ ਆਪਣੇ ਧਰਮ ਦੀ ਹੀ ਸਾਰਿਆਂ ਵਾਸਤੇ ਹੋਇਆ ਕਰਦੀ ਹੈ। ਤਿਮ ਤੁਮ ਚੱਲੋ ਨ ਕੋ ਅਟਕਾਵੈ ਜ਼ਿਆਦਾ ਤੁਸੀਂ ਆਨੰਦਪੁਰ ਛੱਡ ਕਰਕੇ ਚੱਲੋਗੇ ਰਾਹ ਦੇ ਵਿੱਚ ਕੋਈ ਵੀ ਤੁਹਾਨੂੰ ਫਿਰ ਰੋਕ ਨਹੀਂ ਸਕੇਗਾ। ਜੇ ਹਜ਼ਰਤ ਕੋ ਆਸ਼ੈ ਐਸੀ ਅਗਰ ਬਾਦਸ਼ਾਹ ਔਰੰਗਜ਼ੇਬ ਜਿਹੜਾ ਹਿੰਦੁਸਤਾਨ ਦਾ ਮਾਲਕ ਉਹਦੇ ਮਨ ਦੇ ਵਿੱਚ ਵੀ ਇਹੋ ਜਿਹਾ ਆਸਾ ਪੈਦਾ ਹੋ ਚੁੱਕਿਆ ਹੈ। ਅਪਰ ਬੁਰੂ ਕਰ ਸਕੈ ਸੋ ਕੈਸੇ ਮੇਰਾ ਜਿਹੜੇ ਉਹਦੇ ਮਾੜੇ ਮੋਟੇ ਵੱਡੇ ਵੱਡੇ ਨਵਾਬ ਸੂਬੇ ਆਪ ਜੀ ਦਾ ਰਾਹ ਦੇ ਵਿੱਚ ਕੀ ਵਿਗਾੜ ਸਕਦੇ ਹਨ। ਗਿਰਪਤ ਸਗਰੇ ਕਰ ਕਰ ਆਨ ਜਿਹੜੇ ਨੇ ਪਹਾੜੀ ਰਾਜੇ ਉਹਨਾਂ ਨੇ ਆਪਣੇ ਠਾਕਰਾਂ ਦੀਆਂ ਔਰ ਆਟੇ ਦੀ ਜਿਹੀ ਗਊ ਬਣਾ ਕਰਕੇ ਬਾਰ-ਬਾਰ ਬਣੀਆਂ ਕਸਮਾਂ ਚੁੱਕ ਦਿੱਤੀਆਂ ਹਨ। ਪਠੇ ਆਪ ਕੇ ਢਿਗ ਪ੍ਰਧਾਨ ਇਹਨਾਂ ਨੇ ਵੀ ਰਾਜਨੀਤੀ ਤੋਂ ਕੰਮ ਲੈਂਦਿਆਂ ਹੋਇਆਂ ਆਪੋ ਆਪਣੇ ਜਿਹੜੇ ਇਹਨਾਂ ਦੇ ਵੱਡੇ ਵੱਡੇ ਪ੍ਰਧਾਨ ਦੋਤ ਵਜ਼ੀਰ ਬਣਾਏ ਹੋਏ ਸੀ ਉਹਨਾਂ ਨੂੰ ਭੇਜਣ ਲੱਗ ਪਏ ਨੇ। ਠਾਕੁਰ ਤੇਨ ਧਰਮ ਵਿੱਚ ਦੀਨੇ ਇਹਨਾਂ ਨੇ ਵੀ ਠਾਕਰ ਦੀ ਮੂਰਤੀ ਇਸੇ ਤਰ੍ਹਾਂ ਆਟੇ ਦੀ ਗਊ ਬਣਾ ਕਰਕੇ ਭੇਜ ਦਿੱਤੀ ਸੀ। ਤਜੋ ਜੰਗ ਅਬ ਆਛ ਸੋ ਚੀਨੇ ਸਾਰੇ ਹੀ ਹੋਣੇ ਇੱਕ ਵਾਰੀ ਜੰਗ ਤੋਂ ਆਪਣਾ ਖਹਿੜਾ ਛਡਾਉਣਾ ਚਾਹੁੰਦੇ ਹਨ। ਪੁਨ ਪੰਮਾ ਬੋਲਿਓ ਕਰ ਜੋਰ ਉਹ ਤੋਂ ਬਾਅਦ ਜਿਹੜਾ ਪੰਮਾ ਵਜ਼ੀਰੇ ਬੜਾ ਚੁਸਤ ਚਲਾਕ ਹੈ ਇਹ ਦੋਵੇਂ ਹੱਥ ਜੋੜ ਕਰਕੇ ਆਪਣੇ ਵੱਲੋਂ ਕਹਿਣ ਲੱਗਿਆ ਸੀ ਸ਼੍ਰੀ ਪ੍ਰਭ ਸਭ ਨਮਰੀ ਤੁਮ ਔਰ ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਵੀ ਦੇਖੋ ਆਪ ਦੇ ਅੱਗੇ ਅਹਿਲਕਾਰ ਵੀ ਵੱਡੇ ਵੱਡੇ ਸੂਬੇ ਕਿਵੇਂ ਝੁਕਣ ਲੱਗ ਪਏ ਹਨ। ਨਹਿ ਪੂਰਬ ਕੀ ਬਾਤ ਵਿਚਾਰੋ ਹੁਣ ਆਪਣੇ ਪਹਿਲਾਂ ਵਾਲੀਆਂ ਜਿਹੜੀਆਂ ਗੱਲਾਂ ਮਨ ਦੇ ਵਿੱਚ ਯਾਦ ਨਹੀਂ ਕਰਨੀਆਂ ਵੀ ਇਹਨਾਂ ਨੇ ਤਾਂ ਜਿਹੜਾ ਅਸੀਂ ਬਲਦਾਂ ਦੇ ਉੱਪਰ ਕੂੜਾ ਕਰਕਟ ਟੁੱਟੇ ਫੁੱਟੇ ਛੱਤਰ ਫਟੇ ਪੁਰਾਣੇ ਮੇਲੇ ਕਚੈਲੇ ਕੱਪੜੇ ਜਿਹੜੇ ਗੂੜਾ ਦੇ ਵਿੱਚ ਭਰੇ ਹੋਏ ਸੀ ਇਹਨਾਂ ਨੇ ਤਾਂ ਉਹ ਵੀ ਫਿਰ ਅੱਗੇ ਜਾਣ ਨਹੀਂ ਦਿੱਤੇ ਸਨ। ਹੁਣ ਫਿਰ ਯਕੀਨ ਭਰੋਸਾ ਕਿਵੇਂ ਕੀਤਾ ਜਾ ਸਕਦਾ ਸੀ। ਕਾਜ ਅਚਾਨਕ ਕਰਿਓ ਬਿਗਾਰੋ ਇਹ ਤਾਂ ਲੁਟੇਰੇ ਲੋਕਾਂ ਨੇ ਅਚਾਨਕ ਹੀ ਬਹੁਤ ਵੱਡਾ ਸਾਡਾ ਵੀ ਕੰਮ ਵਿਗਾੜ ਕਰਕੇ ਰੱਖ ਦਿੱਤਾ ਹੈ। ਕਿਸ ਰਾਜੇ ਕੋ ਮਤ ਇਮ ਨਾਹੀ ਆਪ ਦਾ ਜਿਹੜਾ ਖਜ਼ਾਨਾ ਲੁੱਟਣ ਦੇ ਲਈ ਕਿਸੇ ਵੀ ਪਹਾੜੀ ਰਾਜੇ ਦੇ ਮਨ ਦੇ ਵਿੱਚ ਕੋਈ ਇਹੋ ਜਿਹੀ ਵਿਚਾਰ ਨਹੀਂ ਪਰੇ ਹੋਏ ਸੀ। ਪਰੇ ਲੁਟੇਰੇ ਬੈਲਨ ਮਾਹੀ ਇਹ ਤਾਂ ਆਲੇ ਦੁਆਲੇ ਪਿੰਡਾਂ ਨਗਰਾਂ ਚੋਂ ਬਹੁਤ ਸਾਰੇ ਜਿਹੜੇ ਲੁਟੇਰੇ ਲੋਕ ਟੁੱਟ ਕਰਕੇ ਪੈ ਗਏ ਸਨ। ਕਰ ਸਾਬਤ ਸਭ ਹੀ ਗਹਿ ਲੀਨੇ ਅਨੀਸਾ ਅਨੀਸਾ ਕੱਲਾ ਕੱਲਾ ਜਿਹੜਾ ਲੁਟੇਰਾ ਸਾਬਤ ਕਰਕੇ ਸਾਰਿਆਂ ਨੂੰ ਪਕੜ ਕਰਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਹੈ। ਮਾਰਨ ਕਰੇ ਕੈਦ ਬਹੁ ਕੀਨੇ ਮਹਾਰਾਜ ਬੜੀਆਂ ਉਹਨਾਂ ਨੂੰ ਸਜ਼ਾਵਾਂ ਵੀ ਅਸੀਂ ਕੈਦ ਦੇ ਅੰਦਰ ਨਾ ਬੰਦ ਕਰਕੇ ਭੁਗਤਾ ਦਿੱਤੀਆਂ ਹਨ। ਪਰਿਓ ਸਭਨ ਮਹਿ ਅਬ ਡਰ ਭਾਰੀ ਹੁਣ ਤਾਂ ਆਲੇ ਦੁਆਲੇ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਮਨ ਦੇ ਵਿੱਚ ਵੀ ਬੜਾ ਡਰ ਪੈਦਾ ਹੋ ਗਿਆ। ਨਹਿ ਕੋ ਹਿਰ ਹੈ ਔਰ ਤੁਹਾਰੀ ਰਾਹ ਦੇ ਵਿੱਚ ਜਾਂਦਿਆਂ ਹੋਇਆਂ ਕਿਸੇ ਨੇ ਵੀ ਆਪ ਦੇ ਵੱਲ ਕੋਈ ਗਹਿਰੀ ਅੱਖ ਕਰਕੇ ਨਹੀਂ ਦੇਖਣਾ ਹੈ। ਏਕ ਬਾਰ ਤਜ ਦੁਰਗ ਸਿਧਾਰ ਹੋ ਜਦੋਂ ਆਪਣੇ ਇੱਕ ਵਾਰੀ ਇਸ ਆਨੰਦਪੁਰੀ ਦਾ ਤਿਆਗ ਕਰ ਦੇਣਾ ਪੁਨ ਵਿਚਰੋ ਜਹ ਇੱਛਾ ਧਾਰੋ ਹਿੰਦੁਸਤਾਨ ਦੇ ਵਿੱਚ ਜਿੱਥੇ ਵੀ ਆਪ ਦੀ ਇੱਛਾ ਹੋਵੇਗੀ ਉਸ ਇਲਾਕੇ ਦੇ ਵਿੱਚ
ਵਿਚਰ ਸਕਦੇ ਹੋ। ਇਤਿਆਦਿਕ ਦੂਤਨ ਬਚ ਕਹੇ। ਇਹੋ ਜੀਆਂ ਬੜੀਆਂ ਜਿਹੜੀਆਂ ਗੱਲਾਂ ਬਾਤਾਂ ਇਹਨਾਂ ਦੂਤਾਂ ਔਰ ਵਜ਼ੀਰਾਂ ਨੇ ਆ ਕਰਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਪਾਸ ਕੀਤੀਆਂ ਸੀ। ਜਿਮ ਕੰਚਨ ਘਟ ਮਹਿ ਬਿਖ ਅਹੇ। ਜਿਵੇਂ ਕਹਿੰਦੇ ਕੜਾ ਹੈ ਸੋਨੇ ਦਾ, ਪਰ ਉਹਦੇ ਵਿੱਚ ਬੜੀ ਜ਼ਹਿਰ ਭਰੀ ਹੋਈ ਹੋਵੇ, ਇਸੇ ਤਰ੍ਹਾਂ ਦੀ ਹਾਲਤ ਇਹਨਾਂ ਦੀ ਬਣੀ ਹੋਈ ਹੈ। ਦੋ ਵਜ਼ੀਰ ਅਹਿਲਕਾਰ ਉੱਪਰੋਂ ਤਾਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹਨ, ਪਰ ਦਿਲ ਦੇ ਅੰਦਰ ਇਹਨਾਂ ਦਾ ਬੜਾ ਦਗਾ ਤੇ ਬੜਾ ਕਪਟ ਭਰਿਆ ਹੋਇਆ ਸੀ। ਕਹੀ ਲਾਪਚਾਰੀ ਸਭ ਬਾਤ। ਇਹ ਹੁਣ ਆਪਣੇ ਵੱਲੋਂ ਬਾਰ-ਬਾਰ ਸਤਿਗੁਰੂ ਜੀ ਦੀ ਬੜੀ ਖੁਸ਼ਾਮਦ ਵੀ ਕਰਨ ਲੱਗ ਪਏ ਹਨ। ਗੁਰ ਕੇ ਉਰ ਸਗਰੀ ਵਿਖਿਆਤ। ਪਰ ਦੀਨ ਦੁਨੀਆ ਦੇ ਮਾਲਕ ਆਪ ਹੀ ਤਰਕਾਲ ਦਰਸ਼ੀ ਹਨ। ਹਰੇਕ ਦੇ ਮਨ ਦੀ ਮਹਾਰਾਜ ਖੁਦ ਜਾਣਨ ਵਾਲੇ ਨੇ। ਦੋਹਰਾ ਸੁਨ ਸਭ ਤੇ ਸਤਿਗੁਰ ਕਹਿਓ, ਇਹ ਦਰੋਗ ਕੀ ਬਾਤ। ਮਹਾਰਾਜ ਕਹਿ ਲਗੇ, ਭਾਈ ਤੁਹਾਡੀਆਂ ਗੱਲਾਂ ਦੇ ਉੱਪਰ ਅਸੀਂ ਤਾਂ ਕਦੇ ਵੀ ਭਰੋਸਾ ਨਹੀਂ ਕਰਦੇ ਹਾਂ। ਪੰਚਕਤਾ ਤੁਮ ਕਰਤ ਹੋ, ਰਾਜ ਤੇਜ ਹੋਏ ਘਾਤ। ਇਹੋ ਜਿਹਾ ਕਪਟ ਛਲ ਜਿਵੇਂ ਜਿਵੇਂ ਕਰੋਗੇ ਉਵੇਂ ਤੁਹਾਡਾ ਜਿਹੜਾ ਰਾਜ ਤੇਜ ਨਾਸ ਹੋ ਜਾਣਾ ਹੈ। ਚੌਪਈ ਜਿਵੇਂ ਆਗੇ ਸਭ ਕੀਨਸ ਆਨ। ਦੇਖੋ ਪਹਿਲਾਂ ਵੀ ਤੁਸੀਂ ਆਪਣੇ ਦੀਨ ਧਰਮ ਦੀਆਂ ਕਿਤਨੀਆਂ ਵੱਡੀਆਂ ਵੱਡੀਆਂ ਕਸਮਾਂ ਖਾਧੀਆਂ ਸਨ। ਬਹੁਰ ਬਿਨਾਸ਼ਿਓ ਧਰਮ ਇਮਾਨ। ਉਸ ਵਕਤ ਤੁਹਾਡੀਆਂ ਜਿਹੜੀਆਂ ਕੀਤੀਆਂ ਹੋਈਆਂ ਸੌਗੰਧੀਆਂ ਕਸਮਾਂ ਪਤਾ ਨਹੀਂ ਕਿੱਧਰ ਨੂੰ ਚਲੀਆਂ ਗਈਆਂ ਸਨ। ਨਿਜ ਤੇ ਪ੍ਰਥਕ ਬਨਾਏ ਲੁਟੇਰੇ। ਤੁਸੀਂ ਤਾਂ ਆਪਣੇ ਨਾਲੋਂ ਲਹਿਦਾ ਉਹਨਾਂ ਲੁਟੇਰੇ ਲੋਕਾਂ ਦੀ ਗਿਣਤੀ ਐਵੇਂ ਬਣਾ ਲਈ ਹੈ। ਨਰਕ ਸਹੇਰਿਓ ਕਸ਼ਟ ਬਡੇਰੇ। ਹੁਣ ਇਹੋ ਜਿਹਾ ਕਪਟ ਛਲ ਕਰਕੇ ਹੀ ਤੁਹਾਨੂੰ ਵੱਡੇ ਵੱਡੇ ਨਰਕਾਂ ਦੇ ਵਿੱਚ ਦੁੱਖ ਭੋਗਣੇ ਪੈਣੇ ਹਨ। ਇਮ ਹੀ ਰਾਜ ਤੇਜ ਤੁਮਹਾਰੋ। ਜਿਵੇਂ ਜਿਵੇਂ ਕਰੋਗੇ ਪਾਪ ਉਸੇ ਤਰ੍ਹਾਂ ਤੁਹਾਡੇ ਰਾਜ ਭਾਗ ਦੀਆਂ ਜੜ੍ਹਾਂ ਵੀ ਖੋਖਲੀਆਂ ਹੋ ਜਾਣੀਆਂ ਹਨ। ਜਗ ਤੇ ਸਫਾ ਉਠ ਹੈ ਇੱਕ ਬਾਰੋ। ਇਸ ਹਿੰਦੁਸਤਾਨ ਦੇ ਵਿੱਚ ਜਿਹੜੀ ਤੁਰਕਾਂ ਮੁਗਲਾਂ ਪਠਾਨਾਂ ਦੀ ਬੜੀ ਰਾਜ ਭਾਗ ਦੀ ਜੜ ਡੂੰਘੀ ਲੱਗੀ ਹੋਈ ਹੈ ਨਾ, ਇਸੇ ਤਰ੍ਹਾਂ ਹੀ ਆ ਤੁਹਾਡਾ ਜਿਹੜਾ ਬੋਰੀ ਬਿਸਤਰਾ ਸਮਾਂ ਪਾ ਕਰਕੇ ਗੋਲ ਹੋਰ ਜਾਣਾ ਹੈ। ਇਮ ਕਹਿ ਤੂਸ਼ਨ ਭਏ ਗੁਸਾਈ। ਇਉਂ ਬਚਨ ਕਰਕੇ ਸਤਿਗੁਰੂ ਜੀ ਤਾਂ ਪਰੇ ਦੀਵਾਨ ਦੇ ਵਿੱਚ ਚੁੱਪ ਕਰ ਗਏ ਸਨ। ਹਾਰੇ ਕਹਿ ਵਕੀਲ ਸਮੁਦਾਈ। ਇਹਨਾਂ ਵਕੀਲਾਂ ਦੂਤਾਂ ਨੇ ਬੜੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਆਪਣੇ ਵੱਲੋਂ ਹਾੜੇ ਕੱਢੇ ਸਨ। ਸ਼੍ਰੀ ਗੁਜਰੀ ਢਿੱਗ ਸੁਧ ਤਬ ਗਈ। ਪਰ ਜਦੋਂ ਇਹ ਖਬਰ ਜਗਤ ਮਾਤਾ ਗੁਜਰ ਕੌਰ ਜੀ ਦੇ ਵੀ ਪਾਸ ਪਹੁੰਚ ਗਈ ਹੈ। ਦੂਤਨ ਕਹੀ ਸੋ ਅਨਬਨ ਭਈ। ਵੀ ਅੱਜ ਤਾਂ ਪਹਾੜੀ ਰਾਜਿਆਂ ਦੇ ਵੱਡੇ ਵੱਡੇ ਵਕੀਲ ਔਰ ਬਾਦਸ਼ਾਹ ਔਰੰਗਜ਼ੇਬ ਦੇ ਦੂਤ ਵੀ ਸਤਿਗੁਰੂ ਜੀ ਦੇ ਪਾਸ ਚੱਲ ਕਰਕੇ ਆਏ ਸਨ। ਨਹਿ ਮਨ ਹੈ ਕਲਗੀਧਰ ਕਿਸ ਕੀ। ਪਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਕਿਸੇ ਦੀ ਵੀ ਕਹੀ ਹੋਈ ਗੱਲ ਦੇ ਉੱਪਰ ਕੋਈ ਯਕੀਨ ਭਰੋਸਾ ਨਹੀਂ ਧਾਰਨ ਕੀਤਾ ਹੈ। 300 ਬੋਲੇ ਹੈ ਬਾਣੀ ਰਿਸਕੀ। ਸਤਿਗੁਰੂ ਜੀ ਨੇ ਤਾਂ ਉਹਨਾਂ ਦੇ ਨਾਲ ਬੜੇ ਗੁੱਸੇ ਦੇ ਸਹਿਤ ਹੋ ਕੇ ਇਹੋ ਜਿਹੇ ਪ੍ਰਵਚਨ ਕੀਤੇ ਹਨ। ਸੁਣ ਕੇ ਆਪਣੇ ਨਿਕਟ ਹਕਾਰੇ। ਇਹ ਸੁਣ ਕਰਕੇ ਮਾਤਾ ਜੀ ਨੇ ਉਹਨਾਂ ਵਕੀਲਾਂ ਨੂੰ ਦੂਤਾਂ ਨੂੰ ਵਜ਼ੀਰਾਂ ਨੂੰ ਆਪਣੇ ਪਾਸ ਬੁਲਾ ਲਿਆ ਸੀ। ਸਗਲੇ ਮਾਤਾ ਪਾਸ ਪਧਾਰੇ। ਉਹ ਸਾਰੇ ਇਕੱਠੇ ਹੋ ਕੇ ਮਾਤਾ ਜੀ ਦੇ ਪਾਸ ਪਹੁੰਚ ਗਏ ਹਨ। ਕਹਿਵਤ ਸ਼ਾਹੋ ਗਿਰੇਸ਼ਨ ਕੇਰੀ। ਜਿਵੇਂ ਜਿਵੇਂ
ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਵੱਲੋਂ ਅਹਿਦਨਾਮਾ ਲੈ ਕਰਕੇ ਭੇਜਿਆ। ਇਸੇ ਤਰ੍ਹਾਂ ਜਿਹੜੇ ਪਹਾੜੀ ਰਾਜੇ ਉਹਨਾਂ ਨੇ ਆਪਣੇ ਠਾਕਰ ਔਰ ਗਊ ਦੀ ਬਾਰ-ਬਾਰ ਸਹੁੰ ਵੀ ਸਾਹਮਣੇ ਚੌਕਾ ਦਿੱਤੀ ਹੈ। ਸਾਰੀਆਂ ਗੱਲਾਂ ਬਾਤਾਂ ਆ ਕਰਕੇ ਇਹਨਾਂ ਨੇ ਮਾਤਾ ਜੀ ਦੇ ਪਾਸ ਦਾ ਦਿੱਤੀਆਂ ਸਨ। ਸਰਬ ਵਕੀਲਨ ਭਾਖੀ ਫੇਰੀ। ਇਹ ਵੀ ਹੁਣ ਸਮਾਂ ਪਾ ਕੇ ਮਾਤਾ ਜੀ ਦੇ ਪਾਸ ਬੇਨਤੀ ਕਰਨ ਲੱਗ ਪਏ ਹਨ। ਸੁਨੋ ਮਾਤ ਪ੍ਰਤੀਤ ਕਰੀਜੈ। ਕਹਿ ਲਗੇ ਮਾਤਾ ਜੀ ਦੇਖੋ ਅਸੀਂ ਗੁਰੂ ਜੀ ਦੀਆਂ ਕਿਤਨੀਆਂ ਮਿੰਨਤਾਂ ਕਰ ਰਹੇ ਹਾਂ, ਪਰ ਫਿਰ ਵੀ ਉਹਨਾਂ ਨੇ ਸਾਡੀ ਕਿਸੇ ਵੀ ਗੱਲ ਦੇ ਉੱਪਰ ਕੋਈ ਯਕੀਨ ਭਰੋਸਾ ਨਹੀਂ ਧਾਰਨ ਕੀਤਾ। ਆਪਣੇ ਵੱਲੋਂ ਸਾਫ਼ ਜਵਾਬ ਦੇਈ ਜਾਂਦੇ ਹਨ। ਸਭ ਕੀ ਕਹੀ ਸਾਚ ਲਖ ਲੀਜੈ। ਹੁਣ ਸਾਰੇ ਤਾਂ ਹਮੇਸ਼ਾ ਵਾਸਤੇ ਆਪਣੀ ਰਸਨਾ ਤੋਂ ਸੱਚੀ ਬੋਲਿਆ ਕਰਦੇ ਹਨ। ਸਤਿਗੁਰ ਨਹਿ ਮਨ ਹੈ ਕਹਿ ਰਹੇ। ਅਸੀਂ ਬਾਰ-ਬਾਰ ਬਥੇਰਾ ਜ਼ੋਰ ਲਾਇਆ, ਪਰ ਸਤਿਗੁਰੂ ਜੀ ਨੇ ਸਾਡੀ ਕੋਈ ਵੀ ਗੱਲ ਪ੍ਰਵਾਨ ਨਹੀਂ ਕੀਤੀ ਹੈ। ਪ੍ਰਥਮ ਵਾਰਤਾ ਪਰ ਰਿਸ ਲਹੇ। ਹੁਣ ਜਿਹੜੇ ਪਹਿਲੇ ਲੋਟੇਰਿਆਂ ਨੇ ਬਲਦਾਂ ਦੇ ਉੱਪਰ ਗੁਨਾ ਲੱਦੀਆਂ ਹੋਈਆਂ ਲੁੱਟੀਆਂ ਸਨ, ਤੇ ਸਤਿਗੁਰੂ ਜੀ ਤਾਂ ਹੁਣ ਬਾਰ-ਬਾਰ ਉਸ ਗੱਲ ਨੂੰ ਹੀ ਆਪਣੇ ਵੱਲੋਂ ਦੁਹਰਾਈ ਜਾਂਦੇ ਹਨ। ਸਰਬ ਲੁਟੇਰੇ ਕੈਦ ਭਰੇ ਹੈ। ਹੁਣ ਅਸੀਂ ਤਾਂ ਸਾਰੇ ਲੁਟੇਰਿਆਂ ਨੂੰ ਪਕੜ ਕਰਕੇ ਕੈਦ ਦੇ ਅੰਦਰ ਬੰਦ ਵੀ ਕਰ ਦਿੱਤਾ ਹੈ। ਦੰਡ ਸਾਸਨਾ ਦੇਨ ਕਰੇ ਹੈ। ਬੜੀ ਉਹਨਾਂ ਨੂੰ ਸਜ਼ਾ ਵੀ ਪਹਾੜੀ ਰਾਜਿਆਂ ਨੇ ਆਪਣੇ ਵੱਲੋਂ ਭੁਗਤਾ ਦਿੱਤੀ ਹੈ। ਆਬ ਕਰ ਜੋਰ ਖਤਾ ਬਖਸ਼ਾਵੈ। ਹੁਣ ਅਸੀਂ ਤਾਂ ਸਾਰੇ ਇਕੱਠੇ ਹੋ ਕਰਕੇ ਇਹ ਜਿਹੜੀ ਗਲਤੀ ਭੁੱਲ ਸਤਿਗੁਰੂ ਜੀ ਦੇ ਪਾਸੋਂ ਇਹ ਮੁਆਫ ਕਰਾਉਣ ਦੇ ਲਈ ਬੜੇ ਹੱਥ ਵੀ ਜੋੜ ਦਿੱਤੇ ਹਨ। ਤਉ ਨਹੀਂ ਮਨ ਮਹਿ ਕੁਛ ਲਿਆਵੈ। ਪਰ ਫਿਰ ਵੀ ਸਤਿਗੁਰੂ ਜੀ ਨੇ ਕੋਈ ਵੀ ਹੋ ਵੀ ਜੀ ਵਿਚਾਰ ਮਨ ਦੇ ਅੰਦਰ ਧਾਰਨ ਨਹੀਂ ਕੀਤੀ ਹੈ। ਸੁਨ ਕਰ ਮਾਤਾ ਉਰ ਬਿਰਮਾਈ। ਇਹਨਾਂ ਦੀਆਂ ਗੱਲਾਂ ਸੁਣ ਕਰਕੇ ਮਾਤਾ ਜੀ ਵੀ ਮਨ ਦੇ ਵਿੱਚ ਬੜੇ ਹੈਰਾਨ ਹੋ ਗਏ ਸਨ। ਇਤੀ ਸਫਤ ਸਾਚਿਨ ਖਾਈ। ਵੀ ਦੇਖੋ ਵੱਡੇ ਵੱਡੇ ਨਵਾਬ ਅਹਿਲਕਾਰ ਪਹਾੜੀ ਰਾਜਿਆਂ ਦੇ ਵਜ਼ੀਰ ਕਿਵੇਂ ਆਪੋ ਆਪਣੇ ਧਰਮ ਦੀਆਂ ਜਿਹੜੀਆਂ ਕਸਮਾਂ ਸਾਹਮਣੇ ਹੀ ਚੁੱਕ ਰਹੇ ਹਨ। ਸਕਲ ਸਿੰਘਰ ਮਾਤਾ ਮਿਲੇ। ਉਸ ਵਕਤ ਸਿਆਣੇ ਸਿਆਣੇ ਗੁਰ ਸਿੱਖੇ ਵੀ ਮਾਤਾ ਜੀ ਦੇ ਪਾਸ ਇਕੱਠੇ ਹੋ ਗਏ ਸਨ। ਨਿਕਸਨਪੁਰ ਤੇ ਮਾਨਿਓ ਭਲੇ। ਹੁਣ ਸਾਰੇ ਹੀ ਆਨੰਦਪੁਰ ਦੇ ਵਿੱਚੋਂ ਬਾਹਰ ਜਾਣਾ ਹੀ ਮਨ ਦੇ ਵਿੱਚ ਚੰਗਾ ਮੰਨਣ ਲੱਗ ਪਏ ਹਨ। ਜਿਉਂ ਕਿਉਂ ਕਹਿ ਕਰ ਗੁਰੂ ਨਿਕਾਰੋ। ਵੀ ਜਿਵੇਂ ਕਿਵੇਂ ਹੋ ਸਕੇ ਆਪਾਂ ਗੁਰੂ ਜੀ ਨੂੰ ਆਨੰਦਪੁਰ ਦੇ ਵਿੱਚੋਂ ਬਾਹਰ ਲੈ ਚੱਲਦੇ ਹਾਂ, ਤੇ ਫਿਰ ਸਾਡੇ ਪ੍ਰਾਣਾਂ ਦਾ ਵੀ ਬਚਾਅ ਹੋ ਸਕਦਾ ਹੈ। ਤਬ ਮਿਟ ਹੈ ਇਹ ਜੰਗ ਅਖਾਰੋ। ਆ ਜਿਹੜੇ ਵੱਡੇ ਵੱਡੇ ਲੜਾਈ ਝਗੜੇ ਬਾਦ ਤਾਂ ਫਿਰ ਇਹ ਖਤਮ ਹੋਣੇ ਨੇ ਜਦੋਂ ਆਪਾਂ ਨੇ ਆਨੰਦਪੁਰ ਦੇ ਵਿੱਚੋਂ ਬਾਹਰ ਨਿਕਲ ਜਾਣਾ ਹੈ। ਆਨ ਗੁਰੂ ਢਿੱਗ ਕਰਿਓ ਜਵਾਬ। ਪਰ ਸਤਿਗੁਰੂ ਜੀ ਨੇ ਤਾਂ ਇਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਜਵਾਬ ਹੀ ਦੇ ਦਿੱਤਾ ਹੈ। ਮਹਾਰਾਜ ਅਬ ਤਜੋ ਸ਼ਿਤਾਬ। ਫਿਰ ਮਾਤਾ ਜੀ ਸਿਆਣੇ ਸਿਆਣੇ ਗੁਰਮੁਖ ਉਹ ਵੀ ਸਤਿਗੁਰੂ ਜੀ ਦੇ ਪਾਸ ਬਾਰ ਹੱਥ ਜੋੜਨ ਲੱਗ ਪਏ ਹਨ। ਛੁਦਾ ਕਸ਼ਟ ਹਮ ਬਹੁਤ ਸਹਾਰਿਓ। ਕਿਤਨਾ ਟਾਈਮ ਹੋ ਗਿਆ, ਅਸੀਂ ਹੁਣ ਇਸ ਭੁੱਖ ਦੇ ਦੁੱਖ ਨੂੰ ਸਰੀਰਾਂ ਦੇ ਉੱਪਰ ਬੜਾ ਲੰਮਾ ਸਮਾਂ ਚੱਲਣਾ ਕੀਤਾ ਹੈ। ਹੋਏ ਲਚਾਰ ਤੁਮ ਪਾਸ ਉਚਾਰਿਓ। ਹੁਣ ਅਸੀਂ ਲਾਚਾਰ ਦੁਖੀ ਹੋ ਕਰਕੇ ਆਪ ਦੇ ਅੱਗੇ ਬਾਰ
ਬੇਨਤੀਆਂ ਕਰਦੇ ਹਾਂ। ਨਿਕਸੇ ਚਹਿ ਪ੍ਰਾਨ ਛੁਧਿਆਰੇ। ਹੁਣ ਜੇ ਆਨੰਦਪੁਰ ਦੇ ਵਿੱਚੋਂ ਬਾਹਰ ਜਾਵਾਂਗੇ ਤਾਂ ਫਿਰ ਹੁਣ ਸਾਡੇ ਪ੍ਰਾਣ ਬਚਣੇ ਹਨ। ਕਿਮ ਹਮ ਰਾਖੈ ਧੀਰਜ ਧਾਰੇ। ਸੱਚੇ ਪਾਤਸ਼ਾਹ ਮਹੀਨਾ ਬੱਧੀ ਅਸੀਂ ਤਾਂ ਭੁੱਖਿਆ ਰਹਿ ਕਰਕੇ ਸਮਾਂ ਬਤੀਤ ਕਰ ਦਿੱਤਾ ਹੈ। ਇਤਨੇ ਮਹਿ ਮਾਤਾ ਚਲ ਆਈ। ਇਤਨੇ ਨੂੰ ਮਾਤਾ ਜੀ ਵੀ ਸਤਿਗੁਰੂ ਜੀ ਦੇ ਪਾਸ ਚੱਲ ਕਰਕੇ ਪਹੁੰਚ ਗਏ ਸਨ। ਬੈਠ ਨਿਕਟ ਸੁਤ ਕੋ ਸਮਝਾਈ। ਬਾਰ ਬਾਰ ਮਾਤਾ ਜੀ ਵੀ ਆਪਣੇ ਸਾਹਿਬਜ਼ਾਦੇ ਨੂੰ ਸਮਝਾਉਣ ਲੱਗ ਪਏ ਸਨ। ਕਿਉ ਅਬ ਚਾਹਤ ਸਭ ਕੋ ਮਾਰਿਓ। ਐ ਲਾਲ ਜੀ ਦੇਖੋ, ਇਹਨਾਂ ਸਿੰਘਾਂ ਨੇ ਭੁੱਖ ਦਾ ਦੁੱਖ ਸਹਿੰਦਿਆਂ ਹੋਇਆ ਕਈ ਮਹੀਨੇ ਇਸੇ ਤਰ੍ਹਾਂ ਹੀ ਬਤੀਤ ਕਰ ਦਿੱਤੇ ਹਨ। ਸਿੱਖਨ ਤੁਮਰਾ ਕਹਾਂ ਬਿਗਾਰਿਓ। ਇਹਨਾਂ ਜੋਧੇ ਸੂਰਮਿਆਂ ਨੇ ਦੱਸੋ ਆਪ ਦਾ ਕੀ ਵਿਗਾੜਿਆ ਹੈ, ਜਿਸ ਕਰਕੇ ਕਿਤਨਾ ਵੱਡਾ ਭੁੱਖ ਦਾ ਜਿਹੜਾ ਡਾਢਾ ਦੁੱਖ ਦੇ ਲੋ ਸਾਰਿਆਂ ਦੇ ਸਿਰਾਂ ਦੇ ਉੱਪਰ ਪੈ ਚੁੱਕਿਆ ਹੈ। ਮਰੇ ਹਜ਼ਾरों ਲਰ ਲਰ ਆਗੇ। ਪਹਿਲਾਂ ਵੀ ਮੈਦਾਨੇ ਜੰਗ ਦੇ ਵਿੱਚ ਜੋਧਦਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰ ਸਿੱਖ ਸ਼ਹੀਦੀਆਂ ਪ੍ਰਾਪਤ ਕਰ ਗਏ ਹਨ। ਬਚੇ ਅੰਨ ਬਿਨ ਮਰਬੇ ਲਾਗੇ। ਹੁਣ ਦੇਖੋ, ਅੰਨ ਤੋਂ ਬਗੈਰ ਰੋਜ਼ ਦੀ ਰੋਜ਼ ਪਤਾ ਨਹੀਂ ਕਿਤਨੇ ਆਪਣੇ ਸਰੀਰਾਂ ਦਾ ਪਰਿਤਿਆਗ ਕਰੀ ਜਾ ਰਹੇ ਹਨ। ਹੇਲਾ ਪਰੈ ਕਤਲ ਹੋਏ ਜੈ ਹੈ। ਹੁਣ ਜੇਕਰ ਇਹਨਾਂ ਨੇ ਇਕੱਠਿਆ ਹੋ ਕੇ ਆਪਣੇ ਉੱਪਰ ਹਮਲਾ ਕਰਤਾ, ਆਉਣ ਸਾਰ ਕਿਲੇ ਦੇ ਅੰਦਰ ਉਹਨਾਂ ਨੇ ਸਾਰਿਆਂ ਨੂੰ ਹੀ ਕਤਲ ਕਰ ਦੇਣਾ ਹੈ। ਕੋ ਲਾਖੋਂ ਲਸ਼ਕਰ ਅਟਕੈ ਹੈ। ਜਿਹੜੇ ਵਿਚਾਰੇ ਪਹਿਲਾਂ ਹੀ ਹੱਡੀਆਂ ਦੇ ਪਿੰਜਰ ਬਣੇ ਪਏ ਹਨ ਤੇ ਉਹ ਹੁਣ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਦਾ ਕਿਵੇਂ ਮੁਕਾਬਲਾ ਕਰ ਸਕਦੇ ਨੇ। ਸ਼ਾਹੋ ਗਰੇਸ਼ਵਰ ਭਾਖਤ ਸਾਰੇ। ਬਾਦਸ਼ਾਹ ਔਰੰਗਜ਼ੇਬ ਵੀ ਬਾਰ ਬਾਰ ਕੁਰਾਨ ਸ਼ਰੀਫ ਔਰ ਮੁਹੰਮਦ ਸਾਹਿਬ ਦੀ ਕਿਵੇਂ ਸਹੁੰ ਚੁੱਕਣ ਲੱਗ ਪਿਆ ਹੈ। ਕਿਮ ਇਹ ਕੂਰ ਬਨ ਹੈ ਧਰਮ ਹਾਰੇ। ਮਾਤਾ ਜੀ ਕਹਿਣ ਲੱਗੇ ਵੀ ਹੁਣ ਸਾਰੇ ਤਾਂ ਇਹਨਾਂ ਦੇ ਵਿੱਚੋਂ ਝੂਠ ਨਹੀਂ ਬੋਲ ਸਕਦੇ, ਕੋਈ ਤਾਂ ਹੁੰਦਾ ਹੈ ਤੇ ਬਹੁਤ ਸਾਰੇ ਧਰਮ ਨੂੰ ਵੀ ਧਾਰਨ ਕਰਨ ਵਾਲੇ ਹੁੰਦੇ ਹਨ। ਜੇ ਨਹਿ ਮੰਨ ਹੋਗੇ ਇਹ ਬਾਤ। ਮਾਤਾ ਜੀ ਕਹਿਣ ਲੱਗੇ ਲਾਲ ਜੀ, ਜੇ ਹੁਣ ਸਾਡੀ ਕਹੀ ਹੋਈ ਗੱਲ ਨਹੀਂ ਮੰਨੋਗੇ ਤਜਹਿ ਸਾਥ ਤੁਮਰੋ ਬਖਿਆਤ। ਭੁੱਖ ਦੇ ਦੁੱਖ ਦੇ ਨਾਲ ਬੜੇ ਜਿਹੜੇ ਗੁਰ ਸਿੱਖ ਉਹ ਤਾਂ ਪਹਿਲਾਂ ਹੀ ਆਨੰਦਪੁਰ ਦੇ ਵਿੱਚੋਂ ਬਾਹਰ ਜਾਣ ਦੇ ਲਈ ਤਿਆਰ ਬੈਠੇ ਹਨ। ਘਰ ਕੇ ਭੀ ਸਗਰੇ ਤਜ ਜਾਵੈ। ਅਗਰ ਜੇ ਇਹਨਾਂ ਨੂੰ ਘਰ ਵਾਲੇ ਵੀ ਛੱਡ ਦੇਣਗੇ ਫਿਰ ਹੋਰ ਕਿਤੇ ਰਹਿ ਕਰਕੇ ਆਪਣਾ ਗੁਜ਼ਾਰਾ ਕਰ ਲੈਣਾ ਹੈ। ਜਿਤ ਕਿਤ ਹਵੈ ਕਰ ਪ੍ਰਾਨ ਬਚਾਵੈ। ਔਰ ਜਿੱਥੇ ਕਿਤੇ ਵੀ ਕਿਸੇ ਦਾ ਕੋਈ ਸਾਧਨ ਬਣਿਆ ਅੰਨ ਖਾ ਕਰਕੇ ਆਪਣੇ ਪ੍ਰਾਣਾਂ ਨੂੰ ਤਾਂ ਬਚਾ ਸਕਦੇ ਹਨ। ਪੁਨ ਏਕਲ ਰਹਿ ਕਰ ਹੋ ਕਹਾ। ਉਹ ਤੋਂ ਬਾਅਦ ਫਿਰ ਜਦੋਂ ਆਪ ਹੀ ਇਕੱਲੇ ਇਸ ਆਨੰਦਪੁਰ ਦੇ ਕਿਲੇ ਦੇ ਵਿੱਚ ਰਹਿ ਜਾਵੋਗੇ। ਸਭ ਹਿਨ ਕੋ ਪ੍ਰਾਨਨ ਪ੍ਰੀਏ ਮਹਾ। ਮਾਤਾ ਜੀ ਕਹਿਣ ਲੱਗੇ ਲਾਲ ਜੀ, ਹੁਣ ਪ੍ਰਾਣ ਤਾਂ ਸਾਰਿਆਂ ਨੂੰ ਆਪੋ ਆਪਣੇ ਹਮੇਸ਼ਾ ਵਾਸਤੇ ਪਿਆਰੇ ਹੋਇਆ ਕਰਦੇ ਹਨ। ਸੁਨ ਸਿੰਘਨ ਤੇ ਅਰ ਬਚ ਮਤ ਹੈ। ਜਦੋਂ ਮਾਤਾ ਜੀ ਨੇ ਔਰ ਖਾਲਸੇ ਨੇ ਇਹੋ ਜਿਹੇ ਬਚਨ ਮਹਾਰਾਜ ਦੇ ਪਾਸ ਕੀਤੇ ਸੀ। ਰਿਸ ਕਰ ਕਹਿਤ ਭਏ ਵਿਖਿਆਤ ਹੈ। ਉਸ ਸਮੇਂ ਸਤਿਗੁਰੂ ਜੀ ਤਾਂ ਹੁਣ ਸਰਬਾਗਨ ਹੈ, ਅੰਤਰ ਜਾਮੀ ਨੇ। ਪਤਾ ਹੈ ਵੀ ਇੱਕ ਵਾਰੀ ਆਨੰਦਪੁਰ ਦੇ ਵਿੱਚੋਂ ਬਾਹਰ ਜਾਣ ਦੀ ਦੇਰ ਹੈ ਤੇ ਨਾਲ ਦੀ ਨਾਲ
ਇਹਨਾਂ ਨੇ ਜਿਹੜੀਆਂ ਆਪਣੀਆਂ ਕਸਮਾਂ ਸਿੱਕੇ ਉੱਪਰ ਟੰਗ ਦੇਣੀਆਂ ਹਨ। ਜੋ ਅਬ ਨਿਕਸਹਿ ਬਚਹਿ ਸੋ ਵੀ ਨਾਈ। ਜਿਹੜਾ ਵੀ ਆਨੰਦਪੁਰ ਦੇ ਵਿੱਚੋਂ ਚਲਿਆ ਗਿਆ, ਕੋਈ ਵੀ ਜਿਉਂਦਾ ਜੀ ਆਪਣੇ ਘਰ ਦੇ ਵਿੱਚ ਨਹੀਂ ਪਹੁੰਚੇਗਾ। ਹਮਰੋ ਦੋਸ਼ ਲਖੋ ਨਹਿ ਕਾਈ। ਸਤਿਗੁਰੂ ਜੀ ਕਹਿਣ ਲੱਗੇ, ਮਾਤਾ ਜੀ ਫਿਰ ਜਿਹੜਾ ਵੀ ਬਿਨਾਂ ਆਗਿਆ ਤੋਂ ਜਾਊ, ਉਹਦੇ ਵਿੱਚ ਸਾਡਾ ਤਾਂ ਕੋਈ ਕਸੂਰ ਨਹੀਂ, ਸਾਡਾ ਦੋਸ਼ ਨਹੀਂ। ਇਹਨਾਂ ਦੇ ਮਨ ਦੇ ਵਿੱਚ ਬੜਾ ਦਗਾ ਕਪਟ ਛਲ ਭਰਿਆ ਹੋਇਆ ਹੈ। ਜਿਹੜਾ ਵੀ ਜੋਧਾ ਸੂਰਮਾ ਇੱਕ ਵਾਰੀ ਬਾਹਰ ਨਿਕਲ ਗਿਆ, ਉਸ ਦੇ ਉੱਪਰ ਉਸੇ ਬਾਤ ਇਹਨਾਂ ਨੇ ਆਪਣਾ ਹਮਲਾ ਕਰ ਦੇਣਾ ਹੈ। ਪਸਰਹਿ ਜਹ ਕਹਿ ਇਹੀ ਪ੍ਰਸੰਗ। ਇਹ ਜਿਹੜੀ ਵਾਰਤਾ ਚਾਰੇ ਪਾਸੇ ਪਬਲਿਕ ਦੇ ਵਿੱਚ ਫੈਲ ਜਾਊ ਵੀ ਦੇਖੋ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਤਰਕਾਲਦਰਸੀ ਅੰਤਰਜਾਮੀ ਹਨ। ਫਿਰ ਉਹਨਾਂ ਨੇ ਆਪਣੇ ਸਿੰਘਾਂ ਨੂੰ ਆਨੰਦਪੁਰ ਦੇ ਵਿੱਚੋਂ ਬਾਹਰ ਕਿਉਂ ਆਉਣ ਦਿੱਤਾ ਸੀ? ਹਤੇ ਗਏ ਸਗਰੇ ਵਿੱਚ ਜੰਗ। ਹੁਣ ਜਿਹੜਾ ਇੱਕ ਵਾਰੀ ਬਾਹਰ ਨਿਕਲ ਗਿਆ ਤੇ ਨਾਲ ਦੀ ਨਾਲ ਇਹਨਾਂ ਪਹਾੜੀ ਰਾਜਿਆਂ ਨੇ ਉਹਨਾਂ ਨੂੰ ਖਤਮ ਕਰ ਦੇਣਾ ਹੈ। ਸੁਨ ਕਰ ਬਿਸਮੈ ਬਹੁਰ ਵਿਚਾਰ ਹੈ। ਇਹ ਬਚਨ ਸੁਣ ਕੇ ਜੋਧੇ ਸੂਰਮੇ ਤੇ ਮਾਤਾ ਜੀ ਵੀ ਮਨ ਦੇ ਵਿੱਚ ਬੜੇ ਹੈਰਾਨ ਹੋ ਗਏ ਨੇ। ਅਸਮੰਜਸ ਕਿਉਂ ਭਈ ਉਚਾਰ ਹੈ। ਸਾਰਿਆਂ ਦੇ ਸਾਹਮਣੇ ਬੜੀ ਇੱਕ ਅਜੋਗ ਵਾਰਤਾ ਖੜੀ ਹੋ ਗਈ ਹੈ। ਕਿਉਂ ਨਾ ਭਏ ਸਤਿਗੁਰ ਰਖਵਾਰੇ। ਵੀ ਹੁਣ ਜੇ ਅਸੀਂ ਬਾਹਰ ਚਲੇ ਗਏ, ਸਾਡੀ ਜਿਹੜੀ ਰਾਖੀ ਸਤਿਗੁਰੂ ਜੀ ਨੇ ਨਹੀਂ ਕਰਨੀ ਹੈ। ਜੇ ਸੰਗੀ ਸਦ ਰਹਿਬੇ ਹਾਰੇ। ਜਿਹੜਾ ਵੀ ਜੋਧੇ ਸੂਰਮੇ ਬਹਾਦਰ ਖਾਲਸੇ ਆਨੰਦਪੁਰ ਦੇ ਵਿੱਚ ਅੰਦਰ ਰਹਿਣ ਵਾਲੇ ਸਨ। ਜਾਂ ਤੇ ਲਿਖ ਲਿਖ ਸਕਲ ਵਿਦਾਵਾ। ਉਸ ਸਮੇਂ ਦਸ਼ਮੇਸ਼ ਪਿਤਾ ਕਹਿ ਲਗੇ, ਭਾਈ ਜਿਹੜਾ ਵੀ ਕੋਈ ਬਾਹਰ ਜਾਣਾ ਚਾਹੁੰਦਾ ਹੈ, ਸਚਲੇ ਜਾਹੋ ਜਿਤ ਜਿਹੇ ਮਨ ਭਾਵਾ। ਉਹ ਫਿਰ ਪਹਿਲਾਂ ਆਪਣੇ ਵੱਲੋਂ ਕਾਗਜ਼ ਦੇ ਉੱਪਰ ਸਾਨੂੰ ਬੇਦਾਵਾ ਲਿਖ ਦਿਓ, ਇਹ ਕਲਗੀ ਵਾਲੇ ਪਾਤਸ਼ਾਹ, ਅੱਜ ਤੋਂ ਬਾਅਦ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਜਿਹੜੇ ਵੀ ਬਾਹਰ ਜਾਣਾ ਚਾਹੁੰਦੇ ਹਨ, ਉਹ ਪਹਿਲਾਂ ਇਹੋ ਜਿਹਾ ਬੇਦਾਵਾ ਸਾਨੂੰ ਨਾ ਲੈ ਕਰਕੇ ਫਿਰ ਬਾਹਰ ਜਾ ਸਕਦੇ ਹਨ। ਜੇ ਹੋਵੋ ਹਮਰੇ ਅਨੁਸਾਰੀ। ਹੁਣ ਜਿਹੜੇ ਵੀ ਸਾਡੇ ਆਗਿਆ ਦੇ ਵਿੱਚ ਚੱਲਣ ਵਾਲੇ ਗੁਰ ਸਿੱਖ ਹਨ, ਤਉ ਚਿਤ ਚਾਹ ਕਰੈ ਰਖਵਾਰੀ। ਫਿਰ ਉਹਦੀ ਤਾਂ ਅਸੀਂ ਲੋਕ ਪਰਲੋਕ ਦੇ ਵਿੱਚ ਸਦਾ ਵਾਸਤੇ ਰੱਖਿਆ ਕਰਨੀ ਹੈ। ਖੜਗ ਕੇਤ ਪ੍ਰਭ ਬਨਹਿ ਸਹਾਈ। ਜਿਹੜੇ ਵੀ ਜੋਧੇ ਸੂਰਮੇ ਸਾਡੇ ਹੁਕਮ ਦੇ ਵਿੱਚ ਚੱਲਣ ਵਾਲੇ ਹਨ, ਰਿਪ ਤੇ ਦੇ ਕਰ ਹਾਥ ਬਚਾਏ। ਪਰ ਉਹਨਾਂ ਨੂੰ ਤਾਂ ਅਸੀਂ ਬੈਰੀਆਂ ਦੁਸ਼ਮਣਾਂ ਦੇ ਕੋਲੋਂ ਵੀ ਆਪਣਾ ਹੱਥ ਦੇ ਕਰਕੇ ਬਚਾ ਸਕਦੇ ਹਾਂ। ਦੋਨੋਂ ਬਾਤਨ ਮਹਿ ਜਿਮ ਭਾਵੈ। ਹੁਣ ਦੋਵੇਂ ਗੱਲਾਂ ਦੇ ਵਿੱਚੋਂ ਜਿਨ੍ਹਾਂ ਨੂੰ ਵੀ ਕੋਈ ਮਨ ਦੇ ਵਿੱਚ ਚੰਗੀ ਲੱਗਦੀ ਹੈ, ਸੋ ਕਰ ਚੱਲੋ ਨਾ ਕੋ ਅਟਕਾਵੇ। ਵੀ ਜਿਹੜਾ ਬੇਦਾਵਾ ਲਿਖ ਦੇਊਗਾ ਉਹਨੂੰ ਫਿਰ ਬਾਹਰ ਜਾਣ ਤੋਂ ਰੋਕਿਆ ਨਹੀਂ ਜਾਵੇਗਾ। ਮਾਤਾ ਕੀ ਰਿਸ ਲਖ ਕਰ ਸਹੀ। ਉਹ ਸਮੇਂ ਜਦੋਂ ਦੇਖਿਆ ਮਾਤਾ ਜੀ ਨੇ ਵੀ ਸਤਿਗੁਰੂ ਜੀ ਦੇ ਮਨ ਦੇ ਵਿੱਚ ਬੜੀ ਜਿਹੜੀ ਨਾਰਾਜ਼ਗੀ ਪੈਦਾ ਹੋ ਗਈ ਹੈ। ਬਿਨ ਸਨੇਹ ਬਾਣੀ ਗੁਰ ਕਹੀ। ਕਿਹੋ ਜੇ ਖਰੇ ਖਰੇ ਵਚਨ ਮਹਾਰਾਜ ਨੇ ਆਪਣੀ ਰਸਨਾ ਤੋਂ ਕਹਿ ਦਿੱਤੇ ਹਨ। ਭਈ ਕਸ਼ਟ ਤੇ ਬਿਹਬਲ ਮਾਈ। ਉਹ ਸਮੇਂ ਮਾਤਾ ਜੀ ਦੇ ਮਨ ਦੇ ਵਿੱਚ ਵੀ ਬੜਾ ਜਿਹੜਾ
ਫਿਕਰ ਪੈਦਾ ਹੋ ਗਿਆ ਸੀ। ਕਾਹਾਂ ਕਰੈ ਕੁਛ ਕਹੀ ਨ ਜਾਈ। ਹੁਣ ਕਿਸੇ ਨੂੰ ਵੀ ਕੋਈ ਗੱਲ ਨਹੀਂ ਸੋਧੀ ਵੀ ਕੀ ਕੀਤਾ ਜਾ ਸਕਦਾ ਹੈ। ਸੁਤ ਪਿਆਰੋ ਕਿਮ ਤਿਆਗਨ ਕਰੈ। ਮਾਤਾ ਜੀ ਆਪਣੇ ਪਿਆਰੇ ਲਾਲ ਨੂੰ ਵੀ ਉਹ ਇਕੱਲਿਆਂ ਉਹ ਅਨੰਦਪੁਰ ਦੇ ਵਿੱਚ ਛੱਡ ਕਰਕੇ ਨਾ ਬਾਹਰ ਨਹੀਂ ਜਾ ਸਕਦੇ ਹਨ। ਨਹਿ ਤਿਆਗੇ ਜਨ ਹੈ ਹਮ ਮਰੈ। ਪਤਾ ਹੈ ਮਾਤਾ ਜੀ ਨੂੰ ਵੀ ਸਤਿਗੁਰੂ ਜੀ ਦੇ ਕੀਤੇ ਹੋਏ ਜਿਹੜੇ ਬਚਨ ਨੇ ਤਾਂ ਮਾਸਾਂ ਵਾਸਤੇ ਸੱਚੇ ਹੋਇਆ ਕਰਦੇ ਹਨ। ਤਿਮ ਹੀ ਦੁਬਿਧਾ ਸਿੰਘਨ ਵਿਆਪੀ। ਇਹੋ ਜੀ ਜਿਹੜੀ ਦੁਬਿਧਾ ਖਾਲਸੇ ਦੇ ਮਨ ਦੇ ਅੰਦਰ ਵੀ ਪੈਦਾ ਹੋ ਗਈ ਹੈ। ਪ੍ਰਾਣ ਥੋ ਗੁਰ ਤਜ ਹੈ ਨਾ ਕਦਾਪੀ। ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ ਇਹ ਪੱਕਾ ਪ੍ਰਣ ਧਾਰਨ ਕੀਤਾ ਹੋਇਆ ਸੀ ਵੀ ਅਸੀਂ ਤਾਂ ਜ਼ਿੰਦਗੀ ਕਦੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਸਾਥ ਨਹੀਂ ਛੱਡਾਂਗੇ, ਭਾਵੇਂ ਸਾਡਾ ਸੀਸ ਵੀ ਕੁਰਬਾਨ ਹੋ ਜਾਏ ਤਾਂ ਵੀ ਪਰਵਾਹ ਨਹੀਂ, ਪਰ ਸਾਰੀ ਜ਼ਿੰਦਗੀ ਅਸੀਂ ਮਹਾਰਾਜ ਦੇ ਚਰਨਾਂ 'ਚ ਹੀ ਰਹਿ ਕਰਕੇ ਬਤੀਤ ਕਰਨੀ ਹੈ। ਹਮ ਨਹਿ ਸਿੱਖ ਗੁਰੂ ਤੁਮ ਨਾਹੀ। ਉਹ ਸਮੇਂ ਸਿੰਘ ਸੋਚਣ ਲੱਗ ਪਏ ਵੀ ਇਹ ਗੱਲ ਹੁਣ ਕਿਵੇਂ ਆਪਾਂ ਕਾਗਜ਼ ਦੇ ਉੱਪਰ ਲਿਖ ਸਕਦੇ ਹਾਂ। ਇਹ ਕਿਮ ਲਿਖੀ ਜਾਏ ਪ੍ਰਭ ਪਾਹੀ। ਹੁਣ ਇਹੋ ਜਿਹੇ ਅਜੋਗ ਵਚਨ ਸਾਥੋਂ ਤਾਂ ਆਪਣੇ ਹੱਥ ਦੇ ਨਾਲ ਨਹੀਂ ਲਿਖੇ ਜਾ ਸਕਦੇ ਹਨ। ਚਿਤ ਸੋਚਨ ਕੋ ਸੋਚਤ ਸਾਰੇ। ਹੁਣ ਸਾਰਿਆਂ ਦੇ ਮਨ ਦੇ ਵਿੱਚ ਬਣੀਆਂ ਹੋ ਜੀਆਂ ਸੋਚਾਂ ਵਿਚਾਰਾਂ ਪੈਦਾ ਹੋਣ ਲੱਗ ਪਈਆਂ ਹਨ। ਕੁਛ ਨਾ ਸਕਹਿ ਕਰ ਦੁਬਿਧਾ ਧਾਰੇ। ਬੜੀ ਜਾੜੀ ਇੱਕ ਇਹੋ ਜੀ ਦੁਬਿਧਾ ਸਾਰਿਆਂ ਦੇ ਮਨ ਦੇ ਅੰਦਰ ਪੈਦਾ ਹੋ ਗਈ ਹੈ। ਗਏ ਵਕੀਲ ਸਭਨ ਸਨ ਕਹਿਓ। ਪਰ ਉਹ ਦੋਨੋਂ ਜਿਹੜੇ ਨੇ ਪਹਾੜੀ ਰਾਜਿਆਂ ਦੇ ਵਕੀਲ ਬਾਦਸ਼ਾਹ ਔਰੰਗਜ਼ੇਬ ਦੇ ਭੇਜੇ ਹੋਏ ਦੂਤ ਉਹ ਬੜੇ ਕਾਲੇ ਪਏ ਨੇ ਵੀ ਕਿਵੇਂ ਨਾ ਕਿਵੇਂ ਗੁਰੂ ਜੀ ਨੂੰ ਇੱਕ ਵਾਰੀ ਆਪਾਂ ਨੇ ਕਿਲ੍ਹੇ ਦੇ ਵਿੱਚੋਂ ਜ਼ਰੂਰ ਬਾਹਰ ਕੱਢਣਾ ਹੈ। ਸਤਿਗੁਰ ਰਣ ਕੋ ਹੱਠ ਧਰ ਰਹਿਓ। ਵੀ ਗੁਰੂ ਜੀ ਤਾਂ ਜੰਗ ਕਰਨ ਦਾ ਜਿਹੜਾ ਬੜਾ ਹੱਠ ਮਨ ਦੇ ਵਿੱਚ ਧਾਰਨ ਕਰੀ ਬੈਠੇ ਹਨ। ਸਾਡੀਆਂ ਗੱਲਾਂ ਦੇ ਉੱਪਰ ਕੋਈ ਵੀ ਯਕੀਨ ਭਰੋਸਾ ਨਹੀਂ ਧਾਰਨ ਕੀਤਾ ਹੈ। ਤਉ ਬਾਤ ਇੱਕ ਬਿਦ ਬਨ ਆਵੇ। ਪਰ ਫਿਰ ਵੀ ਇਹ ਹੁਣ ਇਹੋ ਜੀ ਰਾਜਨੀਤੀ ਤੋਂ ਹੀ ਆਪਣਾ ਕੰਮ ਲੈਣਾ ਚਾਹੁੰਦੇ ਹਨ। ਮਾਤਾ ਕੋ ਹਮ ਪੁਨ ਸਮਝਾਵੇ। ਵੀ ਆਪਾਂ ਦੁਬਾਰਾ ਸਾਰੇ ਇਕੱਠੇ ਹੋ ਕੇ ਮਾਤਾ ਜੀ ਨੂੰ ਸਮਝਾਉਣ ਲੱਗ ਜਾਂਦੇ ਹਾਂ। ਬਿਨਤੀ ਕਰੈ ਗਰੀਸ਼ਨ ਦਿਸ਼ ਤੇ। ਪਹਾੜੀ ਰਾਜਿਆਂ ਦੇ ਵੱਲੋਂ ਵੀ ਮਾਤਾ ਜੀ ਦੇ ਚਰਨਾਂ 'ਚ ਬਾਰ-ਬਾਰ ਬੜੀਆਂ ਬੇਨਤੀਆਂ ਕਰ ਦੇਣੀਆਂ ਹਨ। ਦੇਹ ਭਰੋਸਾ ਬਿਦ ਜਿਸ ਕਿਸ ਤੇ। ਇਹੋ ਜਿਹੀਆਂ ਗੱਲਾਂ ਬਾਤਾਂ ਮਾਰ ਕੇ ਇਹ ਮਾਤਾ ਜੀ ਦੇ ਅੰਦਰ ਇਹੋ ਜਿਹਾ ਜਿਹੜਾ ਯਕੀਨ ਭਰੋਸਾ ਪੈਦਾ ਕਰਨਾ ਚਾਹੁੰਦੇ ਹਨ। ਸੋ ਆਪਣੇ ਸੁੱਤ ਕੋ ਸਮਝਾਵੇ। ਵੀ ਇੱਕੋ ਇੱਕ ਮਾਤਾ ਜੀ ਹਨ ਜੋ ਗੁਰੂ ਜੀ ਨੂੰ ਸਮਝਾ ਸਕਦੇ ਨੇ। ਜਿਹੜੇ ਨੇ ਹੁਣ ਜੋਧੇ ਸੂਰਮੇ ਉਹਨਾਂ ਦੇ ਮਨ ਦੇ ਵਿੱਚ ਬੜਾ ਡਰ ਹੈ, ਬੜਾ ਭੈ ਬੈਠਿਆ ਹੋਇਆ। ਉਹਦਾ ਕਦੇ ਸਤਿਗੁਰੂ ਜੀ ਦੇ ਅੱਗੇ ਜਾ ਕਰਕੇ ਕੋਈ ਬਚਨ ਵੀ ਨਹੀਂ ਕਰਦੇ ਹਨ। ਜਿਉ ਕਿਉ ਕਰ ਨਿਕਸਨ ਮਨਵਾਵੇ। ਹੁਣ ਮਾਤਾ ਜੀ ਹੀ ਜਿਵੇਂ ਕਿਵੇਂ ਸਤਿਗੁਰੂ ਜੀ ਨੂੰ ਆਨੰਦਪੁਰ ਦੇ ਵਿੱਚੋਂ ਬਾਹਰ ਜਾਣ ਦੇ ਲਈ ਮਨਾ ਸਕਦੇ ਹਨ। ਜੇ ਜਨਨੀ ਕੋ ਕਹਿਓ ਨ ਮੰਨੈ। ਹੁਣ ਜੇਕਰ ਸਤਿਗੁਰੂ ਜੀ ਨੇ ਆਪਣੀ ਮਾਤਾ ਜੀ ਦਾ ਬਚਨ ਵੀ ਨਹੀਂ ਮੰਨਣਾ ਹੈ ਤੋ ਇਮ ਹੋਏ ਬਾਤ ਹਮ ਜਾਣੈ। ਤਾਂ ਫਿਰ ਇਹੋ ਜੀ ਗੱਲ ਆਪਣੇ ਸਾਹਮਣੇ ਵੀ ਆ ਸਕਦੀ ਹੈ। ਪੌਤਰੇ ਆਦਿਕ ਗੁਰ ਪਰਿਵਾਰ। ਹੁਣ ਜਿਹੜਾ
ਸਤਿਗੁਰੂ ਜੀ ਦਾ ਪਰਿਵਾਰ ਹੈ, ਮਹਾਰਾਜ ਦੇ ਮਹਿਲ, ਔਰ ਜੋ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਹਨ। ਨਿਕਰਹਿ ਵਹਿਰ ਬਿਨਾ ਅਨੁਸਾਰ। ਇਹ ਜਿਹੜੇ ਵਕੀਲ ਦੋਤ ਇਕੱਠੇ ਹੋ ਕਰਕੇ ਸਲਾਹ ਕਰਨ ਲੱਗੇ ਵੀ ਆਪਾਂ ਮਾਤਾ ਜੀ ਨੂੰ ਇਉਂ ਜਾ ਕਰਕੇ ਆਪਣੇ ਵੱਲੋਂ ਸਮਝਾਈਏ ਵੀ ਤੁਸੀਂ ਆਪਣਾ ਪਰਿਵਾਰ ਲੈ ਕਰਕੇ ਅਨੰਦਪੁਰ ਚੋਂ ਬਾਹਰ ਚਲੇ ਜਾਓ। ਫਿਰ ਗੁਰੂ ਜੀ ਨੇ ਵੀ ਆਪਣੇ ਆਪ ਹੀ ਅਨੰਦਪੁਰ ਦਾ ਜਿਹੜਾ ਕਿਲ੍ਹਾ ਛੱਡਣ ਵਾਸਤੇ ਤਿਆਰ ਹੋ ਜਾਣਾ। ਹੁਣ ਜਿਸ ਪ੍ਰਕਾਰ ਇਹਨਾਂ ਨੇ ਵੀ ਆਪਣੇ ਵੱਲੋਂ ਮਾਤਾ ਜੀ ਦੇ ਅੱਗੇ ਮਿੰਨਤਾਂ ਤਰਲੇ ਬਾਰ-ਬਾਰ ਜਿਵੇਂ ਜਿਵੇਂ ਹੱਥ ਜੋੜਨੇ ਹਨ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨਿਹਾਲ ਕਰ ਰਹੇ ਨੇ। ਪੌਤਰੇ ਆਦਿਕ ਗੁਰ ਪਰਿਵਾਰ। ਨਿਕਰਹਿ ਵਹਿਰ ਬਿਨਾ ਅਨੁਸਾਰ। ਪੌਤਰੇ ਆਦਿਕ ਗੁਰ ਪਰਿਵਾਰ। ਨਿਕਰਹਿ ਵਹਿਰ ਬਿਨਾ ਅਨੁਸਾਰ। ਏ ਚੌਥੇ ਪਾਰ ਬ੍ਰਹਮਾ ਅਵਨਾਸੀ ਅਗਨਾ।